ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਹਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਸੀਐਮ ਚਰਨਜੀਤ ਸਿੰਘ ਚੰਨੀ ਨੇ ਸੱਦੀ ਆਲ ਪਾਰਟੀ ਮੀਟਿੰਗ। ਅਕਾਲੀ ਦਲ ਤੇ ਆਪ ਦੇ ਨਾਲ ਸਿੱਧੂ ਵੀ ਸ਼ਾਮਿਲ। ਬੀਜੇਪੀ ਨੇ ਕੀਤਾ ਬਾਈਕਾਟ। ਨਵਜੋਤ ਸਿੰਘ ਸਿੱਧੂ ਦਾ ਨਵਾਂ ਵਿਵਾਦ। ਬੀਐਸਐਫ ਤੇ ਲਗਾਏ ਵੱਡੇ ਇਲਜ਼ਾਮ। ਬੋਲੇ ਬੰਗਾਲ ਵਿੱਚ ਜੋ ਕਰ ਰਹੀ ਉਹੀ ਇੱਥੇ ਕਰੂ। ਅਤੇ ਯੂਟੀ ਸੈਕਟਰੀਏਟ ਦੇ ਬਾਹਰ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ। ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਦੀ ਗਈ ਆਲ ਪਾਰਟੀ ਮੀਟਿੰਗ ਦੀ। ਦਰਅਸਲ ਸੀਐਮ ਚਰਨਜੀਤ ਸਿੰਘ ਚੰਨੀ ਨੇ ਆਲ ਪਾਰਟੀ ਮੀਟਿੰਗ ਸੱਦੀ। ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਵਿਰੋਧ ਦੇ ਵਜੋਂ ਇਹ ਮੀਟਿੰਗ ਸੱਦੀ ਗਈ, ਜਿਸ ਨੂੰ ਲੈ ਕੇ ਹੁਣ ਕੇਂਦਰ ਤੇ ਪੰਜਾਬ ਸਰਕਾਰ ਆਮਣੇ ਸਾਹਮਣੇ ਹੋ ਗਈ ਹੈ। ਇਸ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਿਲ ਹੋਈ ਤੇ ਨਾਲੋਂ ਨਾਲ ਨਵਜੋਤ ਸਿੰਘ ਸਿੱਧੂ ਵੀ, ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਿਲ ਹੋਏ, ਪਰ ਬੀਜੇਪੀ ਵੱਲੋਂ ਇਸ ਦਾ ਬਾਈਕਾਟ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਅਮਨ ਅਰੋੜਾ ਸੀ। ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਚੀਮਾ ਨੂੰ ਭੇਜਿਆ। ਬੀਜੇਪੀ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸੁਰੱਖਿਆ ਦੇ ਮਾਮਲੇ ਵਿੱਚ ਸਿਆਸਤ ਕਰ ਰਹੀ ਹੈ। ਲੇਕਿਨ ਜੇ ਨਹੀਂ ਕੇਂਦਰ ਸਰਕਾਰ ਕਰਦੀ ਤਾਂ ਪਾਰਟੀਆਂ ਵੱਲੋਂ ਫੈਸਲਾ ਕੀਤਾ ਗਿਆ ਹੈ ਅੱਜ ਮੀਟਿੰਗ ਦੇ ਵਿੱਚ ਕਿ ਬੜੀ ਛੇਤੀ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਜਾਏਗਾ ਇਸ ਮੁੱਦੇ ਤੇ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਹੈ ਕਿਉਂਕਿ ਇਹ ਪੰਜਾਬੀਅਤ ਦੇ ਨਾਲ ਜੁੜਿਆ ਹੈ। ਸਾਡਾ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ। ਫੈਡਰਲ ਸਿਸਟਮ ਦੇ ਵਿੱਚ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਸਾਡੇ ਹੱਕਾਂ ਤੇ ਇੱਕ ਕਿਸਮ ਦਾ ਡਾਕਾ ਮਾਰਿਆ ਗਿਆ ਹੈ। ਇਹ ਚੀਜ਼ ਨੂੰ ਦੇਖਦੇ ਹੋਏ ਜੋ ਵੀ ਸੰਘਰਸ਼ ਕਰਨਾ ਪਏਗਾ, ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਸ ਸੰਘਰਸ਼ ਵਿੱਚ ਜੂਝਣਗੀਆਂ ਤੇ ਕੇਂਦਰ ਸਰਕਾਰ ਤੋਂ ਇਹ ਜਿਹੜਾ ਨੋਟੀਫਿਕੇਸ਼ਨ ਕੀਤਾ ਹੈ ਉਸ ਨੂੰ ਵਾਪਸ ਕਰਾਉਣਗੀਆਂ। ਸੋ ਇਹ ਅੱਜ ਫੈਸਲੇ ਹੋਏ ਹੈ। ਨਵਜੋਤ ਸਿੰਘ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਨੇ ਤੇ ਇਸ ਵਾਰ ਉਹਨਾਂ ਦੇ ਟਵੀਟ ਉਹਨਾਂ ਨੂੰ ਸੁਰਖੀਆਂ ਵਿੱਚ ਲੈ ਕੇ ਆਏ ਨੇ। ਦਰਅਸਲ ਉਹਨਾਂ ਨੇ ਬੀਐਸਐਫ ਨੂੰ ਲੈ ਕੇ ਅਜਿਹੇ ਟਵੀਟ ਕੀਤੇ ਜਿਸ ਤੋਂ ਬਾਅਦ ਹਰ ਪਾਸੇ ਉਹਨਾਂ ਦੀ ਚਰਚਾ ਹੋ ਰਹੀ ਹੈ। ਬੰਗਾਲ ਦੀ ਤੁਲਨਾ ਕੀਤੀ ਪੰਜਾਬ ਦੇ ਨਾਲ ਤੇ ਬੀਐਸਐਫ ਤੇ ਕਈ ਤਰ੍ਹਾਂ ਦੇ ਆਰੋਪ ਵੀ ਲਗਾਏ। ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੁਝ ਸਮੇਂ ਤੱਕ ਚੁੱਪ ਰਹੇ ਨਵਜੋਤ ਸਿੰਘ ਸਿੱਧੂ ਹੁਣ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਏ ਨੇ। ਨਵਜੋਤ ਸਿੰਘ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਕਈ ਸਾਰੇ ਟਵੀਟ ਕਰ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ। ਨਵਜੋਤ ਸਿੰਘ ਸਿੱਧੂ ਨੇ ਟਵੀਟਾਂ ਦੇ ਜ਼ਰੀਏ ਬੀਐਸਐਫ ਤੇ ਕਈ ਸਵਾਲ ਖੜੇ ਕੀਤੇ। ਸਿੱਧੂ ਨੇ ਪਹਿਲੇ ਟਵੀਟ ਵਿੱਚ ਲਿਖਿਆ ਕਿ ਕੇਂਦਰ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰ ਰਿਹਾ ਹੈ। ਇੱਕ ਸੂਬੇ ਦੇ ਅੰਦਰ ਇੱਕ ਸੂਬਾ ਬਣਾ ਕੇ ਬੀਐਸਐਫ ਦਾ ਅਰਥ ਹੈ ਬਾਰਡਰ ਸੁਰੱਖਿਆ ਬਲ। ਸਰਹੱਦ ਦੀ ਪਰਿਭਾਸ਼ਾ ਕੀ ਹੈ? 50 ਕਿਲੋਮੀਟਰ। ਸੂਬੇ ਦੀ ਜਨਤਕ ਸ਼ਾਂਤੀ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਸਿੱਧੂ ਨੇ ਅਗਲੇ ਟਵੀਟ ਵਿੱਚ ਕਿਹਾ ਹੈ ਕਿ ਪੱਛਮੀ ਬੰਗਾਲ ਵਿੱਚ ਬੀਐਸਐਫ ਰੋਜ਼ਾਨਾ ਸੁਰੱਖਿਆ ਦੇ ਨਾਮ ਤੇ ਦੇਸ਼ ਦੇ ਸੰਵਿਧਾਨਿਕ ਵਿਵਸਥਾ ਦੀ ਉਲੰਘਣਾ ਕਰਦੀ ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਤਸ਼ੱਦਦ, ਝੂਠੇ ਕੇਸ, ਮਨਮਾਨੀ ਨਜ਼ਰਬੰਦੀ ਤੇ ਗੈਰ ਕਾਨੂੰਨੀ ਗ੍ਰਿਫਤਾਰੀਆਂ ਦੇ ਮਾਮਲੇ ਪੰਜਾਬ ਵਿੱਚ ਵੀ ਵਾਪਰਨਗੇ। ਸਿੱਧੂ ਨੇ ਤੀਜੇ ਟਵੀਟ ਵਿੱਚ ਕਿਹਾ ਹੈ ਕਿ ਬੰਗਾਲ ਵਿੱਚ ਅਜਿਹੇ ਕਈ ਮਾਮਲੇ ਹਨ ਜਿੱਥੇ ਬੀਐਸਐਫ ਨੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਸਥਾਨਕ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪਿਛਲੇ 5 ਸਾਲਾਂ ਵਿੱਚ ਪੱਛਮੀ ਬੰਗਾਲ ਦੀ ਸਰਕਾਰ ਨੇ ਬੀਐਸਐਫ ਦੀ ਕਸਟਡੀ ਵਿੱਚ ਪਰੇਸ਼ਾਨ ਕਰਨ ਦੇ 240 ਮਾਮਲੇ, ਮੌਤਾਂ ਦੇ 60 ਮਾਮਲੇ ਤੇ ਜ਼ਬਰੀ ਲਾਪਤਾ ਹੋਣ ਦੇ 8 ਮਾਮਲੇ ਦਰਜ ਕੀਤੇ ਹਨ। ਆਪਣੇ ਅਗਲੇ ਟਵੀਟ ਵਿੱਚ ਸਿੱਧੂ ਨੇ ਯੂਪੀ ਪੁਲਿਸ ਸਣੇ ਬੀਐਸਐਫ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਹੈ ਕਿ ਇਹਨਾਂ ਵਿੱਚੋਂ 33 ਮਾਮਲਿਆਂ ਵਿੱਚ ਐਨਐਚਆਰਸੀ ਨੇ ਪੀੜਤਾਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ੇ ਦੀ ਸਿਫਾਰਿਸ਼ ਕੀਤੀ ਹੈ। ਜੇਕਰ ਯੂਪੀ ਪੁਲਿਸ ਪ੍ਰਿਯੰਕਾ ਗਾਂਧੀ ਜੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਿਨਾਂ ਕਿਸੇ ਜਾਇਜ਼ ਕਾਰਨ ਦੇ 60 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਲੈ ਸਕਦੀ ਹੈ ਤਾਂ ਇੱਕ ਆਮ ਵਿਅਕਤੀ ਦੀ ਗਾਰੰਟੀ ਕੌਣ ਲੈਂਦਾ ਹੈ ਜੇ ਬੀਐਸਐਫ ਉਹਨਾਂ ਨੂੰ ਹਿਰਾਸਤ ਵਿੱਚ ਲੈਂਦੀ ਹੈ। ਇਸ ਤੋਂ ਬਾਅਦ ਆਪਣੇ ਆਖਰੀ ਟਵੀਟ ਵਿੱਚ ਸਿੱਧੂ ਨੇ ਲਿਖਿਆ ਹੈ ਕਿ ਰਾਜ ਸਰਕਾਰ ਦੀ ਸਹਿਮਤੀ ਪ੍ਰਾਪਤ ਕੀਤੇ ਬਿਨਾਂ ਇਹ ਨੋਟੀਫਿਕੇਸ਼ਨ ਰਾਜਾਂ ਦੇ ਸੰਵਿਧਾਨਕ ਅਧਿਕਾਰਾਂ ਤੇ ਕਬਜ਼ਾ ਕਰਨ ਦੇ ਬਰਾਬਰ ਹੈ। ਸੂਬਾ ਵਿਧਾਨ ਸਭਾ ਤੇ ਰਾਜ ਕਾਰਜਕਾਰਨੀ ਵਿੱਚ ਪੰਜਾਬ ਦੇ ਲੋਕਾਂ ਦੀਆਂ ਜਮਹੂਰੀ ਸ਼ਕਤੀਆਂ ਦੀ ਅਣਦੇਖੀ ਕਰਦਾ ਹੈ।
उधर चंडीगढ़ के सैक्टर 9 स्थित यूटी सैक्टरेट के बाहर क्लास 4 कर्मचारियों ने प्रदर्शन किया। दरअसल पिछले 2 महीनों तो उन्होंने तनख्वाह नहीं मिली, जिस विरोध में उन्होंने प्रदर्शन किया ते उन्होंने कहा है कि उन्होंने मंगां जल्द तो जल्द मनिया जाण। साडियां मंगां पूरी करो, वर्कर मारू नीतियां बंद करो। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 9 ਦੇ ਯੂਟੀ ਸੈਕਟਰੀਏਟ ਦੇ ਬਾਹਰ ਚੌਥਾ ਦਰਜਾ ਕਰਮਚਾਰੀਆਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਇਹ ਸਾਰੇ ਕਰਮਚਾਰੀ ਸੈਕਟਰ 16 ਦੇ ਵਿੱਚ ਸਥਿਤ CPW ਦੇ ਤਹਿਤ ਮੇਨਟੇਨੈਂਸ ਦਾ ਕੰਮ ਕਰਦੇ ਨੇ ਤੇ 83 ਕਰਮਚਾਰੀਆਂ ਨੂੰ ਬੀਤੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਤੇ ਬਾਵਜੂਦ ਇਸ ਦੇ ਕਰਮਚਾਰੀ ਇਹ ਕਹਿ ਰਹੇ ਨੇ ਕਿ ਉਹ ਡਿਊਟੀ ਤੇ ਵੀ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਉਹ ਚੀਫ ਇੰਜੀਨੀਅਰ ਨੂੰ ਵੀ ਮਿਲ ਚੁੱਕੇ ਨੇ ਤੇ ਉਹਨਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਠੇਕਾ ਮੁਲਾਜ਼ਮਾਂ ਨੂੰ ਬਹਾਲ ਵੀ ਕੀਤਾ ਜਾਵੇਗਾ ਤੇ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾਵੇਗੀ, ਲੇਕਿਨ ਬਾਵਜੂਦ ਇਸ ਦੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ, ਜਿਸ ਕਰਕੇ ਉਹਨਾਂ ਨੂੰ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋਣਾ ਪਿਆ। मुश्किलें इतनी हैं, फेस्टिवल इन लोगों के लिए नहीं है सर। जो इनके लिए तो ये है कि सर 2 वक्त का इनको खाना मिल जाए, इनका घर, इनके बच्चे जो 2 वक्त का खाना खा ले। फेस्टिवल ये गरीब वर्कर इनके बस का नहीं है मनाना सर, क्योंकि इनके साथ जो चंडीगढ़ में शोषण हो रहा है, चंडीगढ़ स्मार्ट सिटी जिसको बोला जाता है, वहाँ पे शोषण हो रहा है। इन वर्करों का सर 2-2 महीने से बगैर ठेके के, बगैर तनख्वाह के ये वर्कर काम कर रहे हैं। और हमारे चीफ इंजीनियर साहब AC में बैठ के बड़े बड़े वादे तो हमसे करते हैं, मीटिंगें भी करते हैं, मीटिंगों में आश्वासन भी देते हैं, लेकिन ज़मीनी स्तर पे अभी तक इन वर्करों के लिए कुछ नहीं हुआ। ठेकेदार आते हैं, मनमानियाँ करके इन वर्करों से पैसे ऐंठते हैं। ऐंठने के बाद जब ठेकेदारों से इनके हक मांगे जाते हैं तो ठेका छोड़ के ठेकेदार भाग जाते हैं। उसके बाद बचते हैं तो ये वर्कर, अब वर्कर कहाँ जाए सर? ठेकेदार अपना ठेका छोड़ के भाग गया, डिपार्टमेंट इनको बोल रहा है कि ठेका नहीं है जी, ठेका हो जाएगा तब आपको सैलरी मिलनी शुरू हो जाएगी। अब वर्कर ने तो ठेका करना नहीं है, ये तो उनके डिपार्टमेंट के आला अधिकारियों का काम है, जो कि उनकी कमियों के कारण आज ये वर्कर मजबूर हैं ये सेक्टर 9 सेक्रेटरीएट के बाहर बैठने के लिए, चीफ इंजीनियर साहब के कमरे के बाहर बैठने के लिए मजबूर है। इन वर्करों का कसूर सिर्फ यही है कि ये वर्कर अपना ईमानदारी से चंडीगढ़ में काम करते हैं, ईमानदारी से अपने बच्चों के लिए 2 वक्त का खाना चंडीगढ़ में कमाने आते हैं, लेकिन शायद इनकी ईमानदारी और जो ये इतनी मेहनत से काम करते हैं उसका फल ये हमारे जो इंजीनियरिंग डिपार्टमेंट है, हमारे चीफ इंजीनियर CB ओझा जी बैठे हैं, हमारे एक्सियन है अनिल जी, शायद उनको ये इनकी ईमानदारी नज़र नहीं आती, जिस कारण आज मजबूर हैं ये वर्कर यहाँ बैठने के लिए। और मैं UT चंडीगढ़ SS फेडरेशन का जनरल सेक्रेटरी होने के नाते आज इन वर्करों के सामने आपके माध्यम से इन उच्च अधिकारियों को ये बात बोलना चाहता हूँ सर, अगर इन वर्करों का दिवाली तक कोई हल नहीं होता तो हम मजबूर हो जाएंगे उच्च अधिकारियों के घर के बाहर दिवाली मनाने के लिए, या फिर हम चंडीगढ़ की सड़कों पे उतर के काली दिवाली मनाएंगे, मजबूर हो जाएंगे सर। काम बिल्कुल कर रहे हैं, बगैर ठेके के, बगैर तनख्वाह के काम कर रहे हैं। ये काम इसलिए कर रहे हैं कि चंडीगढ़ की जनता को, चंडीगढ़ के बाशिंदों को कोई दिक्कत ना आए, उनके बच्चों को कोई दिक्कत ना आए, इसलिए बगैर सैलरी के ये काम कर रहे हैं सर। आपको मैं बताना चाहता हूं सर कि ये जो वर्कर बैठे हैं CP3 मेंटेनेंस के अधीन काम कर रहे हैं 16 सेक्टर, और ये CB ओझा जी चीफ इंजीनियर हैं जिनके अधीन ये सारे मेंटेनेंसों में काम कर रहे हैं। ये 83 वर्कर हैं जो पिछले 2 महीने से, शोषण तो इनके साथ कई सालों से हो रहा है, लेकिन जब से फेडरेशन आई है इनको 4 महीने की सैलरी आसमी इंटरप्राइजेस था जो छोड़ के भाग गया इनको, तो 4 महीने की सैलरी इनकी तो हमने किसी तरीके दिलवा दिया। अभी दीपावली के समय में सर इनको लगातार 2 महीने से बेवकूफ़ बनाया जा रहा है कि आपका ठेका हो रहा है, ठेका हो रहा है, लेकिन आज तक ठेका नहीं हुआ। मैं आपको बताना चाहूँगा कि इनके कमियों की वजह से, जैसे इनके अधिकारी बैठे हैं, ऑफिसर क्लर्क बाबू जो बैठे हैं, इनको काम नहीं आता, इनके काम ना होने की वजह से, और आप देखिए कि गलती अफसरों की सज़ा ये वर्कर भुगत रहे हैं। और ये फेस्टिवल सीज़न चल रहा है, सारे फेस्टिवल निकल गए और अगले 4 तारीख को अगले महीने में दीपावली है सर, और इनकी कोई सैलरी नहीं, इनको ड्यूटी पे नहीं लिया गया। 2 महीने से ये यही आश्वासन देके इनको रखा गया कि आपका ठेका हो रहा है, और कंटिन्यू ये मेंटेनेंस में काम कर रहे हैं। हम जब परेशान हो गए, एक बार CB ओझा साहब से भी मिला, चीफ इंजीनियर साहब से भी, उन्होंने आश्वासन दिया कि जल्दी ठेका हो जाएगा, लेकिन ये सर मनमानी कर रहे हैं, वर्करों के साथ खिलवाड़ हो रहा है। चंडीगढ़ में मैं बताना चाहूँगा किसी भी संस्था में कोई ब्रेक नहीं डाला जाता, लेकिन इनके साथ हर साल 1-2 महीने का ब्रेक डाल दिया जाता है, जबकि इनके पास बजट होता है। जब चंडीगढ़ में और रूल सभी कर्मचारियों के ऊपर एक लगते हैं तो इनके ऊपर क्या ये कहाँ का रूल लगता है?
इनको क्यों गैप दिया जाता है, इनका ब्रेक क्यों दिया जाता है, और त्यौहार के सीज़न में इनको बेघर करके इनके घर में खाने को नहीं है, रोटी नहीं है, ये त्यौहार कैसे मनाएं। इसलिए ये परेशान होकर आज ओझा साहब के दरवाजे के सामने आए हैं कि कंटिन्यू जब तक इनका मसला हल नहीं होता, इनको ड्यूटी पर नहीं चढ़ाया जाता है और इनको सैलरी नहीं मिलती, तब तक यहाँ से ये नहीं उठेंगे सर। दफ्तर के सामने यहाँ तो कोई नहीं मिलेगा, लेकिन अगर ऐसी हरकतें रही, अगर दीपावली से पहले इनका कोई हिल्ला नहीं किया गया, तो हमें किसी अफसर का, चुनिंदा अफसर का, जैसे CV ओझा साहब हो गए या इनके चीफ इंजीनियर एग्जीक्यूटिव इंजीनियर जो अनिल शर्मा जी हैं, हमें कहीं ना कहीं दिवाली इनके घर के बाहर मनाना पड़ेगा, ताकि उनको पता लगे कि ये गरीब मुलाजिम काली दिवाली यहाँ मना रहे हैं, इनके बच्चे कहाँ जाएंगे दिवाली मनाने। ਕਰਮਚਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦਾ ਮੌਸਮ ਹੈ ਤੇ ਉਹਨਾਂ ਨੂੰ ਸਮੇਂ ਤੇ ਤਨਖਾਹ ਦਿੱਤੀ ਜਾਣੀ ਚਾਹੀਦੀ ਸੀ, ਲੇਕਿਨ ਬਾਵਜੂਦ ਇਸ ਦੇ ਉਹਨਾਂ ਦੀ ਤਨਖਾਹ ਹਰ ਵਾਰ ਲੇਟ ਕੀਤੀ ਜਾਂਦੀ ਹੈ ਤੇ ਭਰੋਸੇ ਤੋਂ ਬਾਅਦ ਵੀ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਉਹਨਾਂ ਇਹ ਵੀ ਕਿਹਾ ਹੈ ਕਿ ਜੇ ਦੀਵਾਲੀ ਤੋਂ ਪਹਿਲਾਂ ਉਹਨਾਂ ਦੀ ਤਨਖਾਹ ਨਹੀਂ ਆਉਂਦੀ ਤਾਂ ਇਸ ਵਾਰ ਉਹ ਕਾਲੀ ਦੀਵਾਲੀ ਮਨਾਉਣਗੇ। ਚੰਡੀਗੜ੍ਹ ਤੋਂ ਜਗਬਾਣੀ TV ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਟੀਚਰ ਐਸੋਸੀਏਸ਼ਨ ਯਾਨੀ ਕਿ ਪੁਟਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। 28 ਅਕਤੂਬਰ ਨੂੰ ਇਹ ਚੋਣਾਂ ਹੋਣਗੀਆਂ, ਜਿਸ ਨੂੰ ਲੈ ਕੇ ਹਰ ਪਾਸੇ ਹਲਚਲ ਮਚੀ ਹੋਈ ਹੈ, ਹਰ ਜ਼ੁਬਾਨ ਤੇ ਇਸੇ ਦਾ ਜ਼ਿਕਰ ਹੋ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ 28 ਅਕਤੂਬਰ ਨੂੰ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਯਾਨੀ ਕਿ ਪੁਟਾ ਦੀ ਚੋਣ ਹੋਣੀਆਂ ਨੇ ਤੇ ਇਸ ਵਾਰ ਪੁਟਾ ਪ੍ਰੈਜ਼ੀਡੈਂਟ ਦੇ ਲਈ ਮੁਕਾਬਲਾ ਡਾਕਟਰ ਮਰਤੁੰਜੈ ਕੁਮਾਰ ਅਤੇ ਡਾਕਟਰ ਮਨੂ ਸ਼ਰਮਾ ਦੇ ਦਰਮਿਆਨ ਦੱਸਿਆ ਜਾ ਰਿਹਾ ਹੈ। ਲੇਕਿਨ ਇਸ ਵਾਰ ਹੋਣ ਵਾਲੀ ਇਹ ਚੋਣ ਜਰਾ ਹਟਕੇ ਹੈ। ਪਹਿਲੀ ਵਾਰ ਮੁਕਾਬਲਾ ਟੀਚਰਾਂ ਦੇ ਦਰਮਿਆਨ ਨਹੀਂ ਬਲਕਿ PU ਪ੍ਰਸ਼ਾਸਨ ਅਤੇ ਵਿਰੋਧੀ ਗੁੱਟ ਦਰਮਿਆਨ ਹੈ। ਚੋਣ ਦੰਗਲ ਦੇ ਵਿੱਚ ਇਸ ਵਾਰ ਸਾਰੇ ਦੇ ਨਜ਼ਰਾਂ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਨੇ ਤੇ ਸੈਨੇਟ ਵਿੱਚ ਪ੍ਰੈਜ਼ੀਡੈਂਟ ਹੀ ਟੀਚਰਾਂ ਦੀ ਅਗਵਾਈ ਕਰੇਗਾ। ਫਿਲਹਾਲ ਕਾਂਟੇ ਦੀ ਟੱਕਰ ਦੱਸੀ ਜਾ ਰਹੀ ਹੈ ਤੇ ਇੱਕ ਪਾਸੇ ਮੌਜੂਦਾ ਪ੍ਰੈਜ਼ੀਡੈਂਟ ਡਾਕਟਰ ਮਰਤੁੰਜੈ ਕੁਮਾਰ ਆਪਣੀ ਟੀਮ ਦੇ ਕੰਮ ਨੂੰ ਲੈ ਕੇ ਵੋਟਾਂ ਮੰਗ ਰਹੇ ਨੇ ਤਾਂ ਦੂਜੇ ਪਾਸੇ ਵਿਰੋਧੀ ਗਰੁੱਪ ਟੀਮ ਦੀਆਂ ਖਾਮੀਆਂ ਨੂੰ ਲੈ ਕੇ ਵੋਟਾਂ ਨੂੰ ਵਧਾਉਣ ਦੇ ਵਿੱਚ ਜੁਟਿਆ ਹੋਇਆ ਹੈ। पिछले पूटा की गठन के बाद हमारी पूटा करीब करीब 107 दिन सड़कों पर रही। पहले 62 डेज हमने कैश को लेकर के धरना दिया। साथियों, आपको पता है कि सेनेट और सिंडिकेट के नहीं होने की वजह से वाइस चांसलर साहब जो है हमारी बात अच्छी तरह से मान नहीं रहे थे। हमने चिट्ठियां लिखी, हमने अल्टीमेटम दिए, लेकिन जब सब कुछ पीछे छूट गया तो हमने धरना का रास्ता अपनाया। और हमें खुशी है कि 62 डेज के बाद वाइस चांसलर साहब ने नेगोशिएशन को जगह दी और हमारे साथी 138 के आसपास प्रमोट हुए। पिछले 45 दिनों से हम 7th पे कमीशन के लिए धरना पर बैठे थे। पी फैक्टो के नेतृत्व में हमने कई रैलियां की और अल्टीमेटली एजुकेशन मिनिस्टर प्रगट सिंह जी और कृष्ण कुमार जी हायर एजुकेशन सेक्रेटरी के साथ हमारी अच्छी बातचीत हुई। उस बातचीत के नतीजे उन्होंने हमें एश्योर किया कि 7th पे कमीशन की बेसिक मुद्दों को हम प्रिंसिपली एक्सेप्ट करते हैं। वो है 7th पे कमीशन और डीलिंकिंग। मिनिस्टर साहब हमारे कैंपस में आए और धरना को उठाया। मैं हमारे सारे साथियों का थैंक यू करते हैं जिन्होंने इस धरना में भाग लिया और हमें उम्मीद है कि आने वाले समय में जल्द से जल्द हमें पे कमीशन मिलेगा। और पूटा आपको एश्योर करती है कि अगर हमारी पूटा आती है तो हमारी फर्स्ट प्रायोरिटी पर यह चीज है। इसके अलावा साथियों, लाइसेंस फी का एक इशू आया था। आपको पता होना चाहिए कि पंजाब यूनिवर्सिटी प्रशासन ने बेवजह 5 गुना हमारे घरों का मेंटेनेंस कॉस्ट बढ़ा दिया था। जी टाइप मकान को 3900 कुछ रुपए ले रहे थे और इसी तरह बाकी सारे मकानों को भी बढ़ा दिया गया था। जब हमने उनसे रिक्वेस्ट किया कि सेनेट और सिंडिकेट में डिस्कशन के बाद ही इसको लागू करें, परंतु वाइस चांसलर जी साहब को तो एक बात सी लगी होती है कि जैसे पूटा ने कोई रिक्वेस्ट किया है तो नहीं मानना है। अल्टीमेटली हम RTI के रास्ते जब उस चीज को हमने पाया तो दिखा कि वो काफी गलत था और फिर उसको हमने रिवर्ट बैक कराया। ऐसे ही G, T1 और F टाइप के हाउस की
सीनियरिटी लिस्ट के बारे में भी पूटा ने काफी प्रोटेस्ट किया। और आपको पता होना चाहिए कि 20 सितंबर 2021 से वाइस चांसलर के साहब के पास ये फाइल पेंडिंग है और हमें अभी बताया गया कि उन्होंने कुछ वेस्टेड इंटरेस्ट को ख्याल में रख करके उसके ऊपर फिर एक कमेटी बना दी। मैं श्योर करता हूं मित्रों कि अगर पूटा आती है तो सबसे पहला काम होगा कि हम अपने करीब 18 के आसपास मकान खाली पड़ी हुई है, इसमें किसी तरह की हम हेरा फेरी नहीं होने देंगे और जो हमारी लिस्ट है उसके अनुसार मकान आवंटित किए जाएंगे। डेंटल के साथियों से हमारा विनम्र आवेदन है कि चलो किसी कारणवश आप 2 साल तक पूटा में नहीं थे, आप आए हैं, आपका स्वागत है। हम हमेशा से प्रमोशन के मामले में बिल्कुल जीरो टॉलरेंस की नीति पर चलते हैं। आपको हम श्योर करते हैं कि आप हम पर विश्वास करें, आने वाले समय में हम उसी तरह आपके प्रमोशन के लिए लड़ेंगे जिस तरह से हम दूसरे डिपार्टमेंट के लिए लड़े हैं। अंत में हमें आपसे विनम्र निवेदन है कि 28 तारीख को 8:30 से लेकर 2 बजे तक इलेक्शन का टाइम है। आप सब भाग लें और एक अच्छी पूटा का गठन करें। हम जब पूटा में आएंगे तो हमें भरोसा है कि हम उसी तरह से काम करेंगे जैसे पहले करें। फिलहाल डॉक्टर मनु शर्मा ਅਤੇ ਪੁਟਾ ਪ੍ਰੈਜ਼ੀਡੈਂਟ ਡਾਕਟਰ ਮ੍ਰਿਤਿੰਜੇ ਕੁਮਾਰ ਦੋਵਾਂ ਨੇ ਹੀ ਲੰਬਾ ਚੌੜਾ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ, ਜਿਸ ਦੇ ਵਿੱਚ ਆਪਣੀ ਟੀਮ ਦੀਆਂ ਉਪਲਬਧੀਆਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਮ੍ਰਿਤਿੰਜੇ ਕੁਮਾਰ ਦੇ ਮੁਤਾਬਿਕ ਉਹਨਾਂ ਦੀ ਟਰਮ ਦੇ ਵਿੱਚ PhD ਇਨਕਰੀਮੈਂਟ, ਪ੍ਰੋਫੈਸਰਾਂ ਨੂੰ ਵਾਪਸ ਸਰਵਿਸ ਦਾ ਲਾਭ ਅਤੇ 125 ਪ੍ਰੋਫੈਸਰਾਂ ਦੀ ਕੈਸ਼ ਪ੍ਰਮੋਸ਼ਨ ਤੇ 7ਵਾਂ ਪੇ ਕਮਿਸ਼ਨ ਲਾਗੂ ਕਰਨ ਵਰਗੇ ਮੁੱਦੇ ਸ਼ਾਮਲ ਨੇ। ਚੰਡੀਗੜ੍ਹ ਤੋਂ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਕਾਂਗਰਸ ਪਾਰਟੀ ਵੱਲੋਂ ਵੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜਿੱਤ ਦਰਜ ਕੀਤੀ ਜਾ ਸਕੇ। ਇਸੇ ਦੇ ਚੱਲਦੇ ਪਵਨ ਕੁਮਾਰ ਬੰਸਲ ਕਰਮਚਾਰੀਆਂ ਦੇ ਨਾਲ ਮਿਲੇ। ਉਹਨਾਂ ਨੇ ਕਿਹਾ ਕਿ ਪਾਰਟੀ ਦੀ ਟਿਕਟ ਤਾਂ ਇੱਕ ਹੀ ਬੰਦੇ ਨੂੰ ਮਿਲੇਗੀ, ਜਿਸ ਨੂੰ ਨਹੀਂ ਮਿਲੇਗੀ ਉਹ ਵੀ ਦੂਸਰਿਆਂ ਦੀ ਮਦਦ ਜ਼ਰੂਰ ਕਰਨ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਅਤੇ ਕਾਂਗਰਸੀ ਪ੍ਰਧਾਨ ਸੁਭਾਸ਼ ਚਾਵਲਾ ਨੇ ਆਗਾਮੀ ਨਗਰ ਨਿਗਮ ਦੀਆਂ ਚੋਣਾਂ ਦੇ ਲਈ ਸਾਰੇ ਕਾਰਕੁਨਾਂ ਨੂੰ ਮਿਲ ਕੇ ਕੰਮ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਟਿਕਟ ਦੇ ਦਾਅਵੇਦਾਰ ਹਰ ਇੱਕ ਵਾਰਡ ਦੇ ਵਿੱਚ ਅਨੇਕਾਂ ਨੇ, ਪਰ ਟਿਕਟ ਕਿਸੇ ਇੱਕ ਨੂੰ ਹੀ ਮਿਲੇਗੀ ਤੇ ਇਸ ਲਈ ਜਿਸ ਨੂੰ ਟਿਕਟ ਨਹੀਂ ਮਿਲਦੀ ਹੈ ਉਹ ਵੀ ਪਾਰਟੀ ਦੇ ਲਈ ਉਮੀਦਵਾਰ ਨੂੰ ਜਿਤਾਉਣ ਲਈ ਇਕਜੁੱਟ ਹੋ ਕੇ ਕੰਮ ਕਰੇ ਤਾਂ ਕਿ ਭਾਜਪਾ ਨੂੰ ਪੂਰੀ ਤਰ੍ਹਾਂ ਨਗਰ ਨਿਗਮ ਦੇ ਵਿੱਚੋਂ ਸਾਫ਼ ਕੀਤਾ ਜਾ ਸਕੇ। राव जी, आपके आने से कुछ दिन पहले ही यहाँ के हमारे कॉर्पोरेशन के इलेक्शन के लिए सीटें रिजर्व हुई, उनकर पर्ची निकाली गई। 35 में से 7 सीटें रिजर्व हैं दलितों के लिए, उनमें से 3 बहनें हैं और 4 भाई हैं। और हमें विश्वास है कि हमारी जिस आंकड़ों का हम जिक्र करते हैं कि इतनी सीटें हम जीत के आएंगे, उसमें 7 के 7 हमारी ये रिजर्व सीट्स कांग्रेस की। मुझे इस बात का विश्वास है क्योंकि जिस हिसाब से इन्होंने काम किया है वो उस वक्त दिखाएगा उसके रिजल्ट क्या आते हैं। कुछ दिन पहले ही, 2 दिन पहले ही भगवान वाल्मीकि जयंती हुई। मुझे अफसोस है कि मैं आपकी तरफ से कईयों से उसके लिए न्योते आए हुए थे। दिल्ली में मुझे आवश्यक कार्यक्रम के लिए रहना पड़ रहा था, मैं यहाँ पहुँच नहीं पाया। लेकिन मुझे ये जानकर प्रसन्नता हुई कि वो सभी प्रोग्राम आप द्वारा किए सब बहुत कामयाब प्रोग्राम है। और आने वाले इस चुनाव में आज जो मैं कह सकता हूँ, एक हमारी पहली मीटिंग है जिसमें आपने संबोधन किया, आपने उसकी शुरुआत की, आपने शंख बजाया आज उस मीटिंग के लिए। उसमें भगवान वाल्मीकि का हम पर हाथ रहेगा, उनका आशीर्वाद रहेगा और हम निश्चित तौर पर बहुत शानदार जीत के हम विजयी होंगे और यहाँ की कॉर्पोरेशन कांग्रेस के हाथों में होगी। यहाँ के करीब यहाँ 7-7.5 लाख की वोट है चंडीगढ़ में। एक ही पार्लियामेंट्री कॉन्स्टिट्यूंसी है, उसके बाद
ना कोई यहाँ पंचायत है, ना कोई यहाँ जिला परिषद है, ना कोई और है। एक नगर निगम ही एक हमारी संस्था है जिसका भी चुनाव दिसंबर के महीने में यहाँ पे होने जा रहा है, और हमारे लिए उसकी उतनी ही महत्ता है जितनी आने वाले 5 राज्यों के जो होने वाले चुनाव हैं उसके लिए भी उतनी ही महत्ता है। और सबसे बड़ी बात के इतिहास में कई बार ऐसा हुआ है कि जब चंडीगढ़ के नगर निगम में हमारी जीत हुई है तो साथ में फिर पंजाब की भी जीत हुई है, साथ में उत्तराखंड की भी जीत हुई है, उसमें उत्तर प्रदेश के ऊपर भी उसका असर पड़ा है। क्योंकि ये ऐसा एक चंडीगढ़ राज्य है जिसमें भारतवर्ष के हर प्रदेश से आकर लोग यहाँ बसे। इसको एक मिनी भारत कहा जाता है, और इसमें जो रुझान होता है नगर निगम के चुनाव का, वही रुझान जाके पंजाब, हरियाणा और उत्तर प्रदेश में और दूसरे राज्यों में देखा गया है। इस 7 लाख वोट में भी नितिन जी यहाँ करीब 70 से 80 हजार वोट जो है वो हमारे शेड्यूल कास्ट भाइयों की है, और उसमें 70-80% वोट जो है वो हमारे वाल्मीकि भाइयों की। और जिस दिन से ये चंडीगढ़ यूनियन टेरिटरी 1966 से बना है, हमें इस बात का गर्व है कि लगातार यहाँ का एससी समाज कांग्रेस के लिए ही वोट करता रहा, और यही एक कारण है कि जब इतने बड़े समाज की इन ब्लॉक वोट कांग्रेस को मिलती है, हम लगातार जीतते आए। ज्यादातर समय यहाँ पर चंडीगढ़ के ही मेंबर पार्लियामेंट रहे। ਤੁਹਾਨੂੰ ਵੀ ਦੱਸਦੀ ਹੈ ਕਿ ਕਾਂਗਰਸ ਭਵਨ ਸੈਕਟਰ 35 ਦੇ ਵਿੱਚ ਇੱਕ ਵਿਸ਼ਾਲ ਜਨ ਸਭਾ ਦਾ ਆਯੋਜਨ ਵੀ ਕੀਤਾ ਗਿਆ ਤੇ ਇਸ ਦੀ ਪ੍ਰਧਾਨਗੀ ਅਨੁਸੂਚਿਤ ਜਾਤੀ ਵਿਭਾਗ ਦੇ ਪ੍ਰਧਾਨ ਧਰਮਵੀਰ ਵੱਲੋਂ ਕੀਤੀ ਗਈ ਤੇ ਇਸ ਸਮਾਗਮ ਦੇ ਵਿੱਚ ਅਨੁਸੂਚਿਤ ਜਾਤੀ ਵਿਭਾਗ ਦੇ ਕੌਮੀ ਪ੍ਰਧਾਨ ਨਿਤਿਨ ਰਾਉਤ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਵੀ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਰਹੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਗੱਲ ਮੌਸਮ ਦੀ ਕਰ ਲੈਣੇ ਤਾਂ ਬੀਤੇ ਦਿਨੀ ਅਚਾਨਕ ਹੀ ਮੌਸਮ ਨੇ ਕਰਵਟ ਲੈ ਲਈ ਸੀ। ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ, ਪਰ ਇਸ ਦਿਨ ਯਾਨੀ ਕਿ ਅੱਜ ਦੇ ਦਿਨ ਮੌਸਮ ਸਾਫ਼ ਰਿਹਾ। ਤਾਪਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਤਾਪਮਾਨ ਵੱਧ ਤੋਂ ਵੱਧ 28.3 ਡਿਗਰੀ ਸੈਲਸੀਅਸ ਤੇ ਘੱਟੋ ਘੱਟ 13.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇतना ही, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।